ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਕਾਫੀ ਗਰਮੀ ਸੀ। 32 ਡਿਗਰੀ ਤੱਕ ਟੈਂਪਰੇਚਰ ਪੰਜਾਬ ਦੇ ਵਿੱਚ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਇਹ ਕਹਿਣਾ ਕਿ 17 ਤੋਂ ਲੈ ਕੇ 19 ਤਰੀਕ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਨੇਰੀ ਝੱਖੜ ਝੁੱਲਾ ਆਉਣਾ, ਮੀਂਹ ਕਣੀ ਦੀ ਪੂਰੀ ਸੰਭਾਵਨਾ, ਇਹ ਗੱਲ ਸਹੀ ਸਾਬਤ ਨਹੀਂ ਹੋਈ। ਹੁਣ ਮੌਸਮ ਵਿਭਾਗ ਦਾ ਇਹ ਕਹਿਣਾ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ, ਦਿੱਲੀ ਤੇ ਹਰਿਆਣੇ ਦਾ ਮੌਸਮ ਸਾਫ਼ ਰਹਿਣਾ, ਯਾਨੀ ਕਿ ਕੋਈ ਬੱਦਲਵਾਈ ਦੀ, ਕੋਈ ਮੌਸਮ ਦੇ ਵਿੱਚ ਤਬਦੀਲੀ ਦੀ ਸੰਭਾਵਨਾ ਨਹੀਂ ਹੈ। ਪਰ ਦਿੱਲੀ ਦੇ ਵਿੱਚ ਗਰਮੀ ਬੇਹੱਦ ਹੈ। ਇਸੇ ਕਰਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਨਵੇਂ ਪ੍ਰਬੰਧ ਕੀਤੇ ਜਾ ਰਹੇ ਆ। ਬੇਸ਼ੱਕ ਇਹ ਗੱਲ ਕੁਝ ਕੁ ਬੀਜੇਪੀ ਦੇ, ਕੁਝ ਕੁ ਹੋਰ ਕਿਸਾਨ ਦੋਖੀ ਜਿਹੜੇ ਲੋਕ ਆ ਇਹ ਗੱਲ ਕਹਿ ਸਕਦੇ ਆ, ਜਾਂ ਜਿਹੜੇ ਚਾਹੁੰਦੇ ਆ ਕਿ ਕਿਸਾਨ ਇੱਥੋਂ ਉੱਠ ਜਾਣ, ਉਹਨਾਂ ਦੇ ਵੱਲੋਂ ਪ੍ਰਚਾਰੀ ਜਾ ਰਹੀ ਆ ਕਿ ਇਕੱਠ ਬੇਹੱਦ ਘਟ ਗਿਆ। ਭਾਵੇਂ ਕਿ ਇਕੱਠ ਥੋੜ੍ਹਾ ਜਿਹਾ ਘਟ ਗਿਆ, ਇਹ ਗੱਲ ਗਲਤ ਨਹੀਂ, ਪਰ ਇਹਨੂੰ ਜਿੰਨਾ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਗੋਦੀ ਮੀਡੀਆ ਦੇ ਵੱਲੋਂ, ਉੱਦਾਂ ਦੀ ਗੱਲ ਵੀ ਨਹੀਂ। ਗਰਮੀ ਦੇ ਮੱਦੇਨਜ਼ਰ ਬਹੁਤ ਸਾਰੇ ਨਵੇਂ ਕੰਮ ਕਰਨ ਵਾਲੇ ਬਾਕੀ ਆ। ਕਣਕਾਂ ਨਿਸਰ ਰਹੀਆਂ ਇਸ ਵਕਤ। ਕਿਸਾਨ ਇਸ ਵਕਤ ਆਪਣੀਆਂ ਫਸਲਾਂ ਦੇ ਆਹਰ ਦੇ ਵਿੱਚ ਲੱਗੇ ਹੋਏ ਆ। ਵਾਢੀ ਦੇ ਕਰਕੇ ਹੋ ਸਕਦਾ ਥੋੜ੍ਹਾ ਬਹੁਤਾ ਇਕੱਠ ਹੋਰ ਵੀ ਘਟੇ, ਪਰ ਟਰੈਕਟਰ ਟਰਾਲੀਆਂ ਉੱਥੇ ਉਵੇਂ ਦੇ ਉਵੇਂ ਖੜੇ ਆ। ਕਿਸਾਨ ਹੁਣ ਬੱਸਾਂ ਦੇ ਉੱਤੇ, ਰੇਲ ਗੱਡੀਆਂ ਦੇ ਉੱਤੇ ਜਾਣ ਆਉਣ ਦਾ ਸਿਲਸਿਲਾ ਸ਼ੁਰੂ ਕਰ ਚੁੱਕੇ ਆ। ਸਾਡੇ ਪਿੰਡ ਦੇ ਵਿੱਚੋਂ ਵੀ ਲਗਾਤਾਰ, ਤੇ ਸ਼ਾਇਦ ਤੁਹਾਡੇ ਸਾਰਿਆਂ ਦੇ ਪਿੰਡਾਂ ਦੇ ਵਿੱਚੋਂ ਕਦੇ 8 ਕਦੇ 10 ਲੋਕ ਲਗਾਤਾਰ ਜਾ ਰਹੇ ਆ। ਉਹਨਾਂ ਸਾਰੇ ਹੀ ਲੋਕਾਂ ਨੂੰ ਸਲਾਮ ਕਰਨੀ ਬਣਦੀ ਹੈ, ਜਿਹੜੇ ਲੋਕ ਇਸ ਵਕਤ ਨਿੱਠ ਕੇ ਹਾਲੇ ਤੱਕ ਉੱਥੇ ਡਟੇ ਹੋਏ ਆ। ਤੇ ਜਿਹੜੇ ਲੋਕ ਨਗੋਚ ਕੱਢਣ ਤੋਂ ਬਿਨਾਂ ਹੋਰ ਕੁਝ ਨਹੀਂ ਕਰਦੇ ਜਾਂ ਕੱਲੀ ਰਾਏ ਦਿੰਦੇ ਆ, ਉਹਨਾਂ ਨੂੰ ਕਹਿਣਾ ਚਾਹੀਦਾ ਕਿ ਭਾਈ ਹੁਣ ਮਾਫ਼ ਕਰੋ, ਤੁਹਾਡੀ ਕੋਈ ਬਹੁਤੀ ਜ਼ਰੂਰਤ ਹੈ ਨਹੀਂ। ਜੇ ਤਾਂ ਤੁਸੀਂ ਹੈਗੇ ਹੋ ਕਿਸਾਨ ਪੱਖੀ ਤਾਂ ਦਿੱਲੀ ਵਿੱਚ ਜਾ ਕੇ ਬੈਠੋ, ਨਹੀਂ ਤਾਂ ਆਪਣੇ ਘਰ ਦੇ ਵਿੱਚ ਏਸੀ ਕਮਰੇ ਦੇ ਵਿੱਚ ਬੈਠ ਕੇ ਰਾਏ ਦੇਣੀ ਬੰਦ ਕਰ ਦੇਣੀ ਚਾਹੀਦੀ ਹੈ ਕਿ ਫਲਾਣਾ ਵਿਕ ਚੁੱਕਿਆ ਹੈ, ਫਲਾਣਾ ਗੱਦਾਰ ਹੈ, ਫਲਾਣਾ ਮਾੜਾ ਬਹੁਤ ਹੈ, ਫਲਾਣੇ ਕਿਸਾਨ ਤਾਂ ਇਉਂ ਨਿਕਲੇ ਹਨ, ਫਲਾਣੇ ਨੌਜਵਾਨ ਇੱਦਾਂ ਨਿਕਲੇ ਹਨ, ਕੋਈ ਫਾਇਦਾ ਨਹੀਂ, ਇਹ ਤਾਂ ਇੱਦਾਂ ਹਨ। ਇਹਨਾਂ ਵਿਚਾਰਾਂ ਦੀ ਕਿਸਾਨ ਆਗੂਆਂ ਨੇ ਵੀ ਸਮੇਂ-ਸਮੇਂ 'ਤੇ ਗੱਲ ਕਹੀ ਹੈ, ਤੇ ਆਮ ਲੋਕ ਵੀ ਜਿਹੜੇ ਆਉਂਦੇ ਜਾਂਦੇ ਰਹਿੰਦੇ ਆ, ਉਹਨਾਂ ਨੇ ਕਿਹਾ ਵੀ ਕੋਈ ਬਹੁਤੀ ਰਾਏ ਦੀ ਲੋੜ ਹੈ ਨਹੀਂ। ਤੇ ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਕਿਸਾਨ ਅੰਦੋਲਨ ਦੇ ਨਾਲ ਹੀ ਸੰਬੰਧਿਤ ਹੈ। ਹੁਣ ਤੱਕ ਬੀਜੇਪੀ ਦੇ ਬਹੁਤ ਸਾਰੇ ਨੇਤਾਵਾਂ ਨੇ ਸਮੇਂ-ਸਮੇਂ ਦੇ ਉੱਤੇ ਕਿਸਾਨ ਅੰਦੋਲਨ ਦੇ ਉੱਤੇ ਤਿੱਖੇ ਸ਼ਬਦ ਵਾਰ ਕੀਤੇ ਆ, ਪਰ ਆਰਐਸਐਸ ਦੇ ਵੱਲੋਂ ਖੁੱਲ੍ਹ ਕੇ ਇਸ ਮਾਮਲੇ ਦੇ ਵਿੱਚ ਨਹੀਂ ਸੀ ਬੋਲਿਆ ਗਿਆ। ਪਰ ਹੁਣ ਆਰਐਸਐਸ ਵੀ ਬੋਲੀ ਹੈ। ਆਰਐਸਐਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮਸਲੇ ਦਾ ਬੇਸ਼ੱਕ ਹੱਲ ਹੋਣਾ ਚਾਹੀਦਾ, ਹੋ ਸਕਦਾ ਪੂਰਾ ਹੱਲ ਨਾ ਵੀ ਹੋਵੇ। ਕਹਿਣ ਦਾ ਭਾਵ ਇਹ ਹੈ ਕਿ ਅੱਧਾ ਅਧੂਰਾ ਬੇਸ਼ੱਕ ਹੱਲ ਹੋ ਜਾਵੇ, ਪਰ ਹੱਲ ਜ਼ਰੂਰ ਹੋਣਾ ਚਾਹੀਦਾ। ਪਰ ਕੁਝ ਕੁ ਦੇਸ਼ ਵਿਰੋਧੀ ਤਾਕਤਾਂ ਇਸ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਆਪਣੀ ਰਾਜਨੀਤੀ ਕਰ ਰਹੀਆਂ, ਜਿਹਦੇ ਕਰਕੇ ਹਾਲੇ ਤੱਕ ਮਸਲੇ ਦਾ ਹੱਲ ਹੋਇਆ ਨਹੀਂ। ਯਾਨੀ ਕਿ ਜੋ ਕੁਝ ਹੁਣ ਤੱਕ ਤੋਮਰ ਸਾਹਿਬ ਕਹਿੰਦੇ ਆਏ ਆ, ਯਾਨੀ ਕਿ ਹੁਣ ਤੱਕ ਜੋ ਕੁਝ ਮੋਦੀ ਸਾਹਿਬ ਨੇ ਕਿਹਾ, ਹੋਰ ਬਹੁਤ ਸਾਰੇ ਨੇਤਾਵਾਂ ਨੇ ਗੱਲ ਕਹੀ ਹੈ ਕਿ ਕੁਝ ਕੁ ਦੇਸ਼ ਵਿਰੋਧੀ ਤਾਕਤਾਂ, ਕੁਝ ਕੁ ਸਿਆਸੀ ਲੋਕ ਆ ਜਿਹੜੇ, ਉਹ ਇਸ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਹੈ। ਉਹ ਜਾਣ-ਬੁੱਝ ਕੇ ਇਹਨਾਂ ਨੂੰ ਉਠਾਉਣਾ ਨਹੀਂ ਚਾਹੁੰਦੇ, ਇਸ ਕਰਕੇ ਮਸਲਾ ਉਲਝਿਆ ਹੋਇਆ। ਤੇ ਬਿਲਕੁਲ ਆਰਐਸਐਸ ਦੇ ਵੱਲੋਂ ਉਹੀ ਗੱਲ ਕਹੀ ਗਈ ਹੈ। ਆਰਐਸਐਸ ਦਾ ਇਹ ਕਹਿਣਾ ਜੀ ਕਿ ਉਹਨਾਂ ਦੇ ਜਿਹੜੇ ਨੇਤਾ ਨੇ ਕਿ ਮਸਲੇ ਦਾ ਹੱਲ ਗੱਲਬਾਤ ਰਾਹੀਂ ਨਿਕਲਣਾ ਚਾਹੀਦਾ, ਪਰ ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਹੈ, ਪਰ ਚਾਹੁੰਦੇ ਨਹੀਂ ਉਹ ਪ੍ਰਗਟਾਵਾ ਕਰਨ ਕਿ ਕਿਸਾਨ ਚਾਹੁੰਦੇ ਆ ਕਿ ਗੱਲਬਾਤ ਹੋਵੇ। ਅੱਜ ਹੀ ਗੱਲਬਾਤ ਹੋ ਜੇ, ਕੱਲ੍ਹ ਦਾ ਦਿਨ ਵੀ ਭਾਵੇਂ ਨਾ ਪਾਇਆ ਜਾਵੇ, ਪਰ ਬੀਜੇਪੀ ਦੇ ਨੇਤਾ ਹੀ ਇਸ ਵਕਤ ਕੋਈ ਉੱਤਰ ਨਹੀਂ ਦੇ ਕੇ ਰਾਜ਼ੀ। ਬੀਜੇਪੀ ਦੇ ਨੇਤਾ ਹੀ ਇਸ ਵਕਤ ਕੋਈ ਢੁਕਵੀਂ ਜਿਹੜੀ ਆ ਉਹ ਇਸ ਵਕਤ ਰਾਬਤੇ ਵਾਲੀ ਗੱਲ ਨਹੀਂ ਕਰ ਰਹੇ, ਜਿਹਦੇ ਕਰਕੇ ਕਿਸਾਨ ਚਾਹੁੰਦੇ ਤਾਂ ਹੈਗੇ ਆ, ਪਰ ਉਹਨਾਂ ਦੀ ਪੇਸ਼ ਕੋਈ ਨਹੀਂ ਚੱਲ ਰਹੀ। ਇਸੇ ਕਰਕੇ ਲਗਾਤਾਰ ਅੱਗੇ ਤੋਂ ਅੱਗੇ ਇਹ ਅੰਦੋਲਨ ਪਾਇਆ ਜਾ ਰਿਹਾ। ਉੱਦਾਂ ਇਹ ਵੀ ਗੱਲ ਦੱਸਣੀ ਬਣਦੀ ਹੈ ਵੀ ਕਿਸਾਨ ਆਗੂਆਂ ਨੇ ਕਿਹਾ ਭਾਵੇਂ ਨਵੰਬਰ ਮਹੀਨੇ ਤੱਕ ਤੇ ਭਾਵੇਂ ਦਸੰਬਰ ਮਹੀਨੇ ਤੱਕ ਇਹ ਅੰਦੋਲਨ ਚਲਾਉਣਾ ਪਵੇ, ਪਰ ਜਿੰਨੀ ਦੇਰ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ, ਜਿੰਨੀ ਦੇਰ ਤੱਕ ਐਮਐਸਪੀ ਦੀ ਲਿਖਤੀ ਗਰੰਟੀ ਨਹੀਂ ਮਿਲਦੀ, ਅਸੀਂ ਵਾਪਸ ਜਾਣ ਵਾਲਿਆਂ ਦੇ ਵਿੱਚੋਂ ਨਹੀਂ ਆ। ਇੱਕ ਜਾਣਕਾਰੀ ਹੋਰ ਦੇਣੀ ਬਣਦੀ ਹੈ, ਹਰਿਆਣੇ ਦੀ ਖੱਟੜ ਸਰਕਾਰ ਦੇ ਵੱਲੋਂ ਇਹ ਇੱਕ ਨਵਾਂ ਕਾਨੂੰਨ ਪਾਸ ਕੀਤਾ ਗਿਆ, ਇੱਕ ਨਵਾਂ ਕਾਨੂੰਨ ਲੈ ਕੇ ਆਂਦਾ ਉਹਨਾਂ ਨੇ ਕਿ ਜਿਹੜਾ ਵੀ ਜਾਇਦਾਦ ਨੂੰ ਭਾਵੇਂ ਉਹ ਸਰਕਾਰੀ ਹੈ ਤੇ ਭਾਵੇਂ ਨਿੱਜੀ ਹੈ, ਉਹਦਾ ਨੁਕਸਾਨ ਕਰੂਗਾ। ਯਾਨੀ ਕਿ ਅੰਦੋਲਨਕਾਰੀ ਭਾਵੇਂ ਕਿਸੇ ਵੀ ਗੱਲ ਕਰਕੇ ਅੰਦੋਲਨ ਕਰ ਰਹੇ ਹੋਣ, ਪਰ ਜੇਕਰ ਸਰਕਾਰੀ ਗੈਰ ਸਰਕਾਰੀ ਜਾਇਦਾਦ ਦਾ ਨੁਕਸਾਨ ਹੋਊਗਾ, ਉਹਦੇ ਉੱਤੇ ਸਖਤ ਕਾਰਵਾਈ ਕੀਤੀ ਜਾਊਗੀ। ਇਸ ਤੋਂ ਪਹਿਲਾਂ ਯੂਪੀ ਦੀ ਸਰਕਾਰ ਦੇ ਵੱਲੋਂ ਵੀ ਇਹੀ ਗੱਲ ਕਹੀ ਗਈ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰੀ ਤੇ ਗੈਰ ਸਰਕਾਰੀ ਜਾਇਦਾਦ ਦਾ ਨੁਕਸਾਨ ਕੋਈ ਵੀ ਨਾ ਕਰੇ, ਮਾੜੀ ਗੱਲ ਹੈ। ਪਰ ਜਦੋਂ ਹਰਿਆਣੇ ਦੀ ਖੱਟੜ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਮੂਹਰੇ ਟੋਏ ਪੱਟੇ ਗਏ ਹਾਈਵੇ ਦੇ ਵਿਚਾਲੇ, ਕੀ ਉਹ ਸਰਕਾਰੀ ਜਾਇਦਾਦ ਦਾ ਨੁਕਸਾਨ ਨਹੀਂ ਸੀ? ਜਦੋਂ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਕੀ ਉਹ ਗਲਤ ਗੱਲ ਨਹੀਂ ਸੀ? ਜਦੋਂ ਆਪਣੇ ਇੰਨੇ ਪੁਲਿਸ ਦੇ ਅਮਲੇ ਫੈਲੇ ਨੂੰ ਬਾਕੀ ਅਧਿਕਾਰੀਆਂ ਨੂੰ ਲਾਇਆ ਗਿਆ ਕਿਸਾਨਾਂ ਦੇ ਉੱਤੇ, ਕੀ ਉਹਨਾਂ ਦੇ ਸਮੇਂ ਦਾ ਨੁਕਸਾਨ ਨਹੀਂ ਸੀ? ਕੀ ਉਹਨਾਂ ਦੀਆਂ ਤਨਖਾਹਾਂ ਦੇ ਪੈਸੇ ਦਾ ਨੁਕਸਾਨ ਨਹੀਂ ਸੀ? ਸੋ ਆਪ ਵੀ ਨੁਕਸਾਨ ਕੀਤਾ ਉਹਨਾਂ ਨੇ, ਪਰ ਉਸ ਗੱਲ ਨੂੰ ਮੰਨ ਕੇ ਰਾਜ਼ੀ ਨਹੀਂ। ਪਰ ਕਿਸਾਨਾਂ ਦੇ ਉੱਤੇ ਇਸ ਵਕਤ ਉਹਨਾਂ ਦੀ ਨਿਗਾਹ ਟਿਕੀ ਹੋਈ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਕਿ ਆਰਐਸਐਸ ਨੇ ਕਿਹੜੀਆਂ-ਕਿਹੜੀਆਂ ਗੱਲਾਂ ਕਹੀਆਂ ਕਿਸਾਨਾਂ ਮੁਤੱਲਕ, ਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਰਾਸ਼ਟਰੀ ਸਵੈਮ ਸੇਵਕ ਸੰਘ ਨੇ ਦਾਅਵਾ ਕੀਤਾ ਕਿ ਰਾਸ਼ਟਰ ਵਿਰੋਧੀ ਤੇ ਅਸਮਾਜਿਕ ਤਾਕਤਾਂ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨਾਂ ਦੇ ਅੰਦੋਲਨ ਦਾ ਹੱਲ ਕੱਢਣ ਦੀ ਕੋਸ਼ਿਸ਼ ਨੂੰ ਅਸਫਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਉਸ ਨੇ ਕਿਹਾ ਕਿ ਕਿਸੇ ਵੀ ਪ੍ਰਦਰਸ਼ਨ ਦਾ ਬਹੁਤ ਲੰਮੇ ਸਮੇਂ ਤੱਕ ਜਾਰੀ ਰਹਿਣਾ ਕਿਸੇ ਦੇ ਵੀ ਹਿੱਤ ਦੇ ਵਿੱਚ ਨਹੀਂ ਹੈ। ਸੰਘ ਨੇ ਕਿਹਾ ਕਿ ਚਰਚਾ ਜ਼ਰੂਰੀ ਹੈ ਤੇ ਕੁਝ ਸਹਿਮਤੀਆਂ ਦੇ ਉੱਤੇ ਪਹੁੰਚਣਾ ਵੀ ਜ਼ਰੂਰੀ ਹੈ, ਭਾਵੇਂ ਕਿ ਸਾਰੇ ਮੁੱਦਿਆਂ ਦਾ ਹੱਲ ਨਾ ਵੀ ਨਿਕਲੇ। ਦੱਸਣਾ ਬਣਦਾ ਹੈ ਕਿ ਸੰਘ ਦੀ ਅਖਿਲ ਭਾਰਤੀ ਪ੍ਰਤੀਨਿਧ ਸਭਾ ਯਾਨੀ ਕਿ ABPS ਦੀ 2 ਰੋਜ਼ਾ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ 100 ਤੋਂ ਵੱਧ ਦਿਨਾਂ ਤੋਂ ਕਿਸਾਨ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦਿੱਲੀ ਦੀਆਂ ਹੱਦਾਂ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਨੇ। ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। RSS ਨੇ ਰਿਪੋਰਟ 2021 ਦੇ ਵਿੱਚ ਕਿਹਾ, ਕਿਸੇ ਵੀ ਤਰ੍ਹਾਂ ਦਾ ਅੰਦੋਲਨ ਲੰਮੇ ਸਮੇਂ ਤੱਕ ਚੱਲੇ ਇਹ ਦੇਸ਼ ਦੇ ਹਿੱਤ ਦੇ ਵਿੱਚ ਨਹੀਂ ਹੈ। ਚਰਚਾ ਜ਼ਰੂਰੀ ਹੈ, ਪਰ ਹੱਲ ਕੱਢਣ ਦੀ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ। ਸੰਭਵ ਹੈ ਕਿ ਸਾਰੇ ਮੁੱਦਿਆਂ ਦੇ ਉੱਤੇ ਸਹਿਮਤੀ ਨਾ ਬਣ ਸਕੇ, ਪਰ ਕਿਸੇ ਨਾ ਕਿਸੇ ਸਹਿਮਤੀ ਦੇ ਉੱਤੇ ਪਹੁੰਚਣਾ ਬੇहद ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਚਿੰਤਾ ਦਾ ਵਿਸ਼ਾ ਹੈ ਕਿ ਅੰਦੋਲਨਾਂ ਕਰਕੇ ਜੀਵਨ ਹਾਲੇ ਵੀ ਪ੍ਰਭਾਵਿਤ ਹੋ ਰਿਹਾ ਤੇ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ ਜਦੋਂ ਰਾਸ਼ਟਰ ਵਿਰੋਧੀ ਤੇ ਅਸਮਾਜਿਕ ਤਾਕਤਾਂ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਇਸ ਮੌਕੇ RSS ਦੇ ਆਗੂਆਂ ਨੇ ਚੌਕਸ ਕੀਤਾ ਕਿ ਮੌਜੂਦਾ ਅੰਦੋਲਨ ਦੀ ਅਗਵਾਈ ਨੂੰ ਅਜਿਹੀ ਸਥਿਤੀ ਨਹੀਂ ਬਣਨ ਦੇਣੀ ਚਾਹੀਦੀ ਜਿਸ ਤਰੀਕੇ ਦੇ ਨਾਲ ਇਸ ਵਕਤ ਕੁਝ ਤਾਕਤਾਂ ਕੋਸ਼ਿਸ਼ ਕਰ ਰਹੀਆਂ ਨੇ। ਸੰਘ ਨੇ ਕਿਹਾ ਕਿ ਸਾਨੂੰ ਅਜਿਹਾ ਮਹਿਸੂਸ ਹੋ ਰਿਹਾ ਕਿ ਕੁਝ ਸਮੇਂ ਤੋਂ ਅਜਿਹੀਆਂ ਰਾਸ਼ਟਰ ਵਿਰੋਧੀ ਤਾਕਤਾਂ ਦੇਸ਼ ਦੇ ਵਿੱਚ ਗੜਬੜੀ ਤੇ ਅਸਥਿਰਤਾ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਕਿ ਉਹ ਆਪਣੀਆਂ ਰਾਜਨੀਤਿਕ ਇੱਛਾਵਾਂ ਨੂੰ ਹਾਸਲ ਕਰ ਸਕਣ। ਉਹਨਾਂ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਜਿਹੀ ਕੋਈ ਸਮੱਸਿਆ ਨਹੀਂ ਹੁੰਦੀ ਜਿਹਦਾ ਹੱਲ ਨਾ ਹੋਵੇ, ਜ਼ਰੂਰਤ ਹੈ ਸਿਰਫ ਗੰਭੀਰ ਕੋਸ਼ਿਸ਼ਾਂ ਦੀ। ਉਸ ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਸਾਰਿਆਂ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਅਧਿਕਾਰ ਹੈ, ਪਰ ਦੇਸ਼ ਦੇ ਵਿੱਚ ਕਿਸੇ ਨੂੰ ਵੀ ਗੜਬੜੀ ਫੈਲਾਉਣ ਤੇ ਅਸਥਿਰਤਾ ਪੈਦਾ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ। ਸੰਘ ਨੇ ਕਿਹਾ ਕਿ ਇਹ ਅੰਦੋਲਨ ਸਮੇਂ ਨਾਲ ਤੇਜ਼ ਹੋਇਆ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ RSS ਦੇ ਵੱਲੋਂ ਇਸ ਗੱਲ ਨੂੰ ਕਬੂਲ ਕਰਨਾ ਕਿ ਸਮੇਂ ਦੇ ਨਾਲ ਕਿਸਾਨ ਅੰਦੋਲਨ ਤੇਜ਼ ਹੋਇਆ, ਮੈਂ ਇਹਨੂੰ ਵੀ ਸੋਚਣਾ ਵੀ ਕਿਸਾਨ ਅੰਦੋਲਨ ਦੇ ਪੱਖ ਦੀ ਇੱਕ ਗੱਲ ਹੈਗੀ ਹੈ, ਕਿਉਂਕਿ ਹੁਣ ਤੱਕ ਤਾਂ ਬਹੁਤ ਸਾਰੇ ਨੇਤਾ ਤੇ ਸਾਰਾ ਗੋਦੀ ਮੀਡੀਆ ਇਸ ਗੱਲ ਨੂੰ ਪ੍ਰਚਾਰਨ ਦੇ ਵਿੱਚ ਲੱਗਾ ਹੋਇਆ ਕਿ ਸਮੇਂ ਦੇ ਨਾਲ ਕਿਸਾਨ ਅੰਦੋਲਨ ਠੁੱਸ ਹੋ ਕੇ ਰਹਿ ਗਿਆ। ਪਰ RSS ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜ਼ੋਰ ਦੇ ਕੇ ਕਿ ਮਸਲੇ ਦਾ ਹੱਲ ਹੋਣਾ ਚਾਹੀਦਾ ਸੰਵਾਦ ਦੇ ਰਾਹੀਂ, ਤੇ ਗੱਲਬਾਤ ਹੀ ਕਿਸੇ ਮਸਲੇ ਦਾ ਹੱਲ ਹੁੰਦੀ ਹੈ। ਤੇ ਗੱਲਬਾਤ RSS ਦੇ ਆਗੂਆਂ ਦੇ ਸਮਝ ਦੇ ਵਿੱਚ ਪੈ ਨਹੀਂ ਰਹੀ ਕਿ ਕਿਸਾਨ ਤਾਂ ਚਾਹੁੰਦੇ ਆ ਕਿ ਮਸਲੇ ਦਾ ਹੱਲ ਹੋ ਜੇ, ਪਰ ਹਾਲ ਦੀ ਘੜੀ ਕੇਂਦਰ ਦੇ ਵੱਲੋਂ ਕੋਈ ਤਰੀਕ ਦਿੱਤੀ ਨਹੀਂ ਜਾ ਰਹੀ। ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਇਸ ਅੰਦੋਲਨ ਦੇ ਰਾਹੀਂ ਕੋਈ ਅਸਮਾਜਿਕ ਤੱਤ, ਦੇਸ਼ ਵਿਰੋਧੀ ਤੱਤ ਆ ਜਿਹੜੇ ਉਹ ਕੋਈ ਆਪਣਾ ਕਾਂਡ ਨਾ ਕਰ ਜਾਣ। ਬਿਲਕੁਲ ਦਰੁਸਤ ਆ, ਇਹ ਡਰ ਹੋਣਾ ਵੀ ਚਾਹੀਦਾ, ਪਰ ਗੱਲ ਇਹ ਆ ਵੀ ਕਿਸਾਨ ਤਾਂ ਸ਼ਾਂਤਮਈ ਬੈਠੇ ਆ, ਕਿਸਾਨਾਂ ਦੇ ਵਿੱਚ ਕੋਈ ਵੀ ਅਸਮਾਜਿਕ ਤੱਤ ਨਹੀਂ। ਜੇਕਰ ਇਹ ਲੱਗਦਾ ਜੀ ਕਿ ਇਹ ਅਸਮਾਜਿਕ ਤੱਤਾਂ ਦਾ ਅੱਡਾ ਨਾ ਬਣ ਜਾਣ ਤਾਂ ਫਿਰ ਇਸ ਤੋਂ ਪਹਿਲਾਂ ਹੀ ਕਿਸਾਨਾਂ ਦਾ ਮਸਲਾ ਹੱਲ ਕਰਕੇ ਉਹਨਾਂ ਨੂੰ ਆਪੋ ਆਪਣੇ ਘਰਾਂ ਦੇ ਵੱਲ ਤੋਰ ਦੇਣਾ ਚਾਹੀਦਾ ਸੀ, ਤਾਂ ਜੋ ਅਸਮਾਜਿਕ ਤੱਤਾਂ ਦੀਆਂ ਜੋ ਮਨੋਪਲੀ ਹੈ, ਜੋ ਉਹਨਾਂ ਦੀਆਂ ਕੋਸ਼ਿਸ਼ਾਂ, ਜੋ ਉਹਨਾਂ ਦੇ ਮਨਸ਼ੇ ਆ, ਉਹ ਸਫਲ ਨਾ ਹੋ ਸਕਣ। ਸੋ ਇਸ ਕਰਕੇ ਗੱਲਬਾਤ ਸਾਰੀ RSS ਦੇ ਨੇਤਾਵਾਂ ਦੇ ਉੱਤੇ, ਕਿਉਂਕਿ ਇਹਨਾਂ ਦੇ ਤੁਣਕੇ ਦੇ ਮੁਤਾਬਕ BJP ਦੇ ਨੇਤਾ ਚੱਲਦੇ ਆ, ਇਹਨਾਂ ਦੇ ਤੁਣਕੇ ਦੇ ਮੁਤਾਬਕ ਕੇਂਦਰ ਦੀ ਸਰਕਾਰ ਚੱਲਦੀ ਹੈ, ਤੇ ਤੁਣਕਾ ਮਾਰ ਕੇ ਤੇ ਮੋਦੀ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੀਦੀ ਆ RSS ਦੇ ਨੇਤਾਵਾਂ ਨੂੰ ਕਿ ਭਾਈ ਹੁਣ ਮਸਲੇ ਦਾ ਹੱਲ ਕਰ ਦੇਣਾ ਚਾਹੀਦਾ। ਉਹਦਾ ਕਿਸਾਨ ਆਗੂਆਂ ਨੇ ਗੱਲ ਕਹੀ ਹੈ ਕਿ ਭਾਵੇਂ ਤੁਸੀਂ ਕਰੋਨਾ ਦੇ ਨਾਂ ਦੇ ਉੱਤੇ ਕੋਸ਼ਿਸ਼ਾਂ ਕਰੋ, ਅਸੀਂ ਤਾਂ ਵੀ ਨਹੀਂ ਉੱਠਣਾ। ਭਾਵੇਂ ਤੁਸੀਂ ਗਰਮੀ ਦੇ ਨਾਂ ਦੇ ਉੱਤੇ ਇਹ ਗੱਲ ਕਹਿੰਦੇ ਹੋ ਕਿ ਹੁਣ ਉੱਠ ਜਾਣਾ ਚਾਹੀਦਾ, ਗਰਮੀ ਨਾਲ ਬਿਮਾਰ ਪੈ ਜਾਓਗੇ, ਅਸੀਂ ਤਾਂ ਵੀ ਨਹੀਂ ਉੱਠਣਾ। ਭਾਵੇਂ ਤੁਸੀਂ ਇਹ ਗੱਲ ਕਹੋ ਜੀ ਕਿ ਹੁਣ ਤੁਹਾਡੀਆਂ ਵਾਢੀਆਂ ਨੇ ਡਹਿਣਾ, ਇਸ ਕਰਕੇ ਚਲੇ ਜਾਓ, ਅਸੀਂ ਤਾਂ ਵੀ ਨਹੀਂ ਉੱਠਣਾ। ਅਸੀਂ ਵਾਰੀਆਂ ਬਣ ਲਈਆਂ, ਪਰ ਅਸੀਂ ਜਾਂਦੇ ਕਿਤੇ ਨਹੀਂ, ਕਿਉਂਕਿ ਅਸੀਂ ਮੰਗਾਂ ਮਨਵਾ ਕੇ ਜਾਵਾਂਗੇ। ਉਧਰੋਂ ਖਬਰ ਇਹ ਵੀ ਆ ਰਹੀ ਹੈ ਕਿ ਕਿਸਾਨਾਂ ਦੇ ਵੱਲੋਂ ਜੋ ਪੱਛਮੀ ਬੰਗਾਲ ਦੇ ਵਿੱਚ ਜਲਵਾ ਪੇਸ਼ ਕੀਤਾ ਗਿਆ, ਉਹਦੇ ਕਰਕੇ BJP ਦੇ ਕਈ ਨੇਤਾਵਾਂ ਨੂੰ ਇਸ ਵਕਤ ਫਿਕਰ ਪਈ ਹੋਈ ਹੈ ਵੀ ਕਿਤੇ ਇਹ ਨਾ ਹੋਵੇ ਸਾਡਾ ਭਾਂਡਾ ਮੁੱਦਾ ਵੱਜ ਜੇ, ਕਿਉਂਕਿ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਪ੍ਰਭਾਵ ਕਬੂਲਿਆ ਕਿਸਾਨਾਂ ਦੀਆਂ ਰੈਲੀਆਂ ਦਾ, ਕਿਸਾਨਾਂ ਦੇ ਵੱਲੋਂ ਕੀਤੇ ਗਏ ਇਕੱਠਾਂ ਦਾ, ਕਿਸਾਨਾਂ ਵੱਲੋਂ ਦਿੱਤੇ ਗਏ ਹੋਕੇ ਦਾ। ਤੇ ਜੇਕਰ ਪੱਛਮੀ ਬੰਗਾਲ ਦੇ ਵਿੱਚ BJP ਨੂੰ ਇੱਛਾ ਮੁਤਾਬਕ ਨਹੀਂ ਸਫਲਤਾ ਮਿਲਦੀ, ਇਹਦਾ ਮਤਲਬ ਇਹ ਹੋਊਗਾ ਕਿ ਮਮਤਾ ਬੈਨਰਜੀ ਦੀ ਜਾਂ ਕਿਸੇ ਵੀ ਪਾਰਟੀ ਦੀ ਸਰਕਾਰ ਬਣੇ, ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਕਿਸਾਨ ਆਗੂਆਂ ਦਾ, ਸਮੁੱਚੇ ਕਿਸਾਨ ਭਾਈਚਾਰੇ ਦਾ ਹੋਣਾ। ਸੋ ਵਕਤ ਦੱਸੂਗਾ ਆਉਂਦੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਕਿਹੜੇ ਪਾਸੇ ਨੂੰ ਮੋੜ ਕੱਟਦਾ, ਪਰ ਇਹ ਗੱਲ ਪੱਕੀ ਹੈ ਕਿ ਕਿਸਾਨਾਂ ਦੇ ਦ੍ਰਿੜਤਾ ਦੇ ਅੱਗੇ, ਕਿਸਾਨਾਂ ਦੇ ਹੌਸਲੇ ਦੇ ਅੱਗੇ ਸਿਰ ਝੁਕ ਜਾਂਦਾ ਵਾਰ-ਵਾਰ। ਕੋਈ ਵੀ ਹੋਰ ਵਰਗ ਹੋਵੇ, ਭਾਵੇਂ ਕੋਈ ਵਪਾਰੀ ਹੋਵੇ, ਭਾਵੇਂ ਕੋਈ ਆੜਤੀਆ ਵਰਗ ਆ, ਭਾਵੇਂ ਕੋਈ ਵੀ ਹੋਰ ਮੁਲਾਜ਼ਮ ਵਰਗ ਹੈ, ਮੈਂ ਇਸ ਗੱਲ ਨੂੰ ਚਾਹੁੰਦਾ ਜੀ ਕਿ ਜਿਹੜਾ ਵੀ ਬੰਦਾ ਦੁਖੀ ਹੈ ਉਹਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਪਰ ਕਿਸਾਨਾਂ ਜਿੰਨਾ ਹੌਸਲਾ ਕਿਸੇ ਵਿੱਚ ਵੀ ਨਹੀਂ ਹੋਣਾ। ਅੱਜ ਤੰਗ ਤਾਂ ਸਮੁੱਚੇ ਭਾਰਤ ਦੇ ਸਾਰੇ ਲੋਕ ਹੀ ਹੈ, ਭਾਵੇਂ ਕਿਸੇ ਵੀ ਸੂਬੇ ਦੇ ਨਾਲ ਸੰਬੰਧਿਤ ਹੋਣ, ਭਾਵੇਂ ਕਿਸੇ ਵੀ ਜਾਤ ਨਾਲ ਹੋਣ, ਭਾਵੇਂ ਕਿਸੇ ਵੀ ਧਰਮ ਨਾਲ ਹੋਣ, ਪਰ ਉਹ ਬੋਲ ਕੇ ਰਾਜ਼ੀ ਨਹੀਂ। ਤੰਗ ਉਹ ਇਸ ਕਰਕੇ ਹੈ ਕਿਉਂਕਿ ਮਹਿੰਗਾਈ ਸਭ ਨੂੰ ਇੱਕ ਸਮਾਨ ਡੰਗ ਰਹੀ ਹੈ, ਪਰ ਉਹ ਇਸ ਕਰਕੇ ਨਹੀਂ ਬੋਲਦੇ ਕਿ ਅਸੀਂ ਫਲਾਣੇ ਧਰਮ ਨਾਲ ਜੁੜੇ ਹਾਂ, ਅਸੀਂ ਫਲਾਣੀ ਪਾਰਟੀ ਨਾਲ ਜੁੜੇ ਹਾਂ। ਇਹ ਕਿਸਾਨ ਹੀ ਆ, ਭਾਵੇਂ ਇਹਨਾਂ ਨੂੰ
ਕੋਈ ਚੰਗਾ ਕਵੇ ਤੇ ਭਾਵੇਂ ਮਾੜਾ ਕਵੇ, ਜਿਹੜੇ ਕਿ 4 ਮਹੀਨੇ ਪੂਰੇ ਹੋਣ ਵਾਲੇ ਆ, ਬਾਰਡਰਾਂ ਦੇ ਉੱਤੇ ਬੈਠੇ ਆ। ਕਈ ਕਿਸਾਨ ਇਹੋ ਜਿਹੇ ਆ ਜਿਨ੍ਹਾਂ ਨੇ 26 ਨਵੰਬਰ ਤੋਂ ਬਾਅਦ ਹਾਲੇ ਤੱਕ ਆਪਣੇ ਘਰ ਦੇ ਵਿੱਚ ਜਾ ਕੇ ਮੂੰਹ ਨਹੀਂ ਦਿਖਾਇਆ। ਉਹਨਾਂ ਨੂੰ ਟੱਬਰ ਦੇ ਜੀ ਜਾ ਕੇ ਬਾਰਡਰ ਦੇ ਉੱਤੇ ਮਿਲੇ ਆਉਂਦੇ ਆ। ਉਹ ਕਹਿੰਦੇ ਵੀ ਜੰਗ ਜਿੱਤ ਕੇ ਆਵਾਂਗੇ ਜਾਂ ਫਿਰ ਮਰ ਕੇ ਆਵਾਂਗੇ, ਲਾਸ਼ ਦੇ ਰੂਪ ਦੇ ਵਿੱਚ ਆਵਾਂਗੇ। ਇਹੋ ਜਿਹੇ ਕਿਸਾਨਾਂ ਦਾ ਦੇਣਾ ਕੌਣ ਦੇਊਗਾ? ਪਰ ਮੈਂ ਉਹਨਾਂ ਕੁਝ ਕੁ ਬੇਗੈਰਤ ਲੋਕਾਂ ਨੂੰ ਵੀ ਥੋੜ੍ਹਾ ਜਿਹਾ ਹਲੂਣਾ ਦੇਣਾ ਚਾਹੁੰਦਾ, ਜਿਹੜੇ ਇਹ ਗੱਲ ਕਹਿੰਦੇ ਜੀ ਕਿ ਅਸੀਂ ਦਿੱਲੀ ਦੇ ਵਿੱਚ ਤਾਂ ਇਸ ਕਰਕੇ ਨਹੀਂ ਜਾ ਸਕਦੇ ਕਿਉਂਕਿ ਸਾਡੇ ਗੋਡੇ ਮੋਢੇ ਦੁਖਦੇ ਆ, ਕਿਉਂਕਿ ਘਰ ਦੇ ਵਿੱਚ ਕੰਮ ਬਹੁਤ ਆ। ਪਰ ਪਿਛਲੇ ਕੁਝ ਕੁ ਸਮੇਂ ਦੇ ਵਿੱਚ ਪੰਜਾਬ ਦੀਆਂ ਰਾਜਨੀਤਿਕ ਲੋਕਾਂ ਦੀਆਂ ਰੈਲੀਆਂ ਦੇ ਵਿੱਚ ਉਹ ਨਿੱਠ ਕੇ ਝੰਡੀਆਂ ਫੜ ਕੇ ਜਾ ਰਹੇ ਆ। ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ। ਜੇਕਰ ਉਹਨਾਂ ਨੂੰ ਹਾਲੇ ਵੀ ਇਹ ਲੱਗਦਾ ਕਿ ਵੱਖ-ਵੱਖ ਸਾਡੀਆਂ ਸਿਆਸੀ ਪਾਰਟੀਆਂ ਬਹੁਤ ਚੰਗੀਆਂ, ਤੇ ਇਹਦਾ ਮਤਲਬ ਇਹ ਆ ਕਿ ਉਹ ਕਿਸਾਨ ਨਹੀਂ, ਇਹਦਾ ਮਤਲਬ ਇਹ ਆ ਕਿ ਉਹ ਬਾਗੀ ਆ, ਇਹਦਾ ਮਤਲਬ ਇਹ ਆ ਕਿ ਉਹ ਬਾਰਡਰ ਦੇ ਉੱਤੇ ਬੈਠੇ ਹੋਏ ਲੋਕਾਂ ਨੂੰ ਟਿਚਰਾ ਕਰ ਰਹੇ ਆ। ਇਸ ਕਰਕੇ ਮਾੜਾ ਮੋਟਾ ਅਕਲ ਨੂੰ ਹੱਥ ਮਾਰਨਾ ਚਾਹੀਦਾ। ਉੱਦਾਂ ਅਸੀਂ ਢਿੱਲੇ ਮੱਠੇ ਆ, ਉੱਦਾਂ ਸਾਡੇ ਕੋਲ ਤੁਰਿਆ ਨਹੀਂ ਜਾਂਦਾ, ਸਾਡੇ ਕੋਲ ਸਮੇਂ ਦੀ ਘਾਟ ਆ। ਉਦੋਂ ਅਸੀਂ 100 ਤਰ੍ਹਾਂ ਦੇ ਸਵਾਲ ਕਰਦੇ ਆ, 3600 ਕਿਸਮ ਦੀਆਂ ਨਗੋਚਾ ਕੱਢਦੇ ਆ। ਪਰ ਜੇਕਰ ਅਸੀਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਝੋਲੀ ਚੁੱਕ ਬਣਨਾ ਹੋਵੇ ਤਾਂ ਫਿਰ ਅਸੀਂ ਮੂਹਰੇ ਜਾਂਦੇ ਹਾਂ ਲੰਗੜ ਚੱਕ ਕੇ। ਇਹਦਾ ਥੋੜ੍ਹਾ ਜਿਹਾ ਸੋਚ ਨੂੰ ਬਦਲਣਾ ਚਾਹੀਦਾ। ਪੱਛਮੀ ਬੰਗਾਲ ਦੇ ਵਿੱਚੋਂ ਇੱਕ ਸਰਵੇਖਣ ਸਾਹਮਣੇ ਆਇਆ ਤੇ ਸਰਵੇਖਣ ਨੇ ਬੀਜੇਪੀ ਦੀ ਨੀਂਦ ਉਡਾ ਦਿੱਤੀ ਹੈ, ਕਿਉਂਕਿ ਇਹ ਸਰਵੇਖਣ ਇਹ ਗੱਲ ਦੱਸਦਾ ਹੈ ਜਿਹੜਾ ਕਿ ABP ਨਿਊਜ਼ ਦੇ ਵੱਲੋਂ ਤੇ ਸੀ ਵੋਟਰ ਦੇ ਵੱਲੋਂ ਕੀਤਾ ਗਿਆ। ਇਸ ਤੋਂ ਪਹਿਲਾਂ ਵੀ 2-3 ਵੱਖ-ਵੱਖ ਮੀਡੀਆ ਅਦਾਰਿਆਂ ਦੇ ਸਰਵੇਖਣ ਸਾਹਮਣੇ ਆਏ ਆ। ਉਹਦੇ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਹੈ ਜਿਹੜੀ ਉਹ ਫਿਰ ਅਗੇਤ ਹਾਸਲ ਕਰਨੀ ਦੱਸੀ ਗਈ। ਹੁਣ ਵੀ ਜਿਹੜਾ ਸਰਵੇਖਣ ਸਾਹਮਣੇ ਆਇਆ ਉਹਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਹਾਲ ਦੀ ਘੜੀ ਤ੍ਰਿਣਮੂਲ ਕਾਂਗਰਸ ਪਹਿਲੇ ਨੰਬਰ ਦੇ ਉੱਤੇ ਆ, BJP ਦੂਜੇ ਨੰਬਰ ਦੇ ਉੱਤੇ ਆ। ਜਿਸ ਤਰੀਕੇ ਦੇ ਨਾਲ ਪੂਰਾ ਅਮਲਾ ਫੈਲਾ BJP ਦੇ ਵੱਲੋਂ ਉੱਥੇ ਝੋਂਕਿਆ ਹੋਇਆ, ਜਿਸ ਤਰੀਕੇ ਦੇ ਨਾਲ ਧਰਮ ਦੀ ਰਾਜਨੀਤੀ ਕੀਤੀ ਜਾ ਰਹੀ ਹੈ, ਜਿਸ ਤਰੀਕੇ ਦੇ ਨਾਲ ਵੱਖ-ਵੱਖ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ, ਕੱਲੀ BJP ਨਹੀਂ ਬਾਕੀ ਵੀ ਸਿਆਸੀ ਪਾਰਟੀਆਂ ਇਹ ਕੁਝ ਕਰਦੀਆਂ, ਕੋਈ ਘੱਟ ਕਰਦੀ ਕੋਈ ਵੱਧ ਕਰਦੀ ਹੈ। ਉਸ ਤੋਂ ਬਾਅਦ ਘੰਟਿਆਂ ਦੇ ਵਿੱਚ ਜਾਂ ਦਿਨਾਂ ਦੇ ਵਿੱਚ ਜਾਂ ਹਫ਼ਤਿਆਂ ਦੇ ਵਿੱਚ ਕੀ ਤੋਂ ਕੀ ਬਣ ਜੇ ਕੁਝ ਕਹਿ ਨਹੀਂ ਸਕਦੇ। ਪਰ ਅੱਜ ਤੱਕ ਦਾ ਅੰਦਾਜ਼ਾ ਇਹ ਬਿਆਨ ਕਰਦਾ ਹੈ ਵੀ ਪੱਛਮੀ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਹਾਲੇ ਤੱਕ ਅਗੇਤ ਹੈ। ਹੋ ਸਕਦਾ ਤੀਜੀ ਵਾਰ ਉਹਨਾਂ ਦੀ ਸਰਕਾਰ ਆ ਜੇ, ਹੋ ਸਕਦਾ ਇਹ ਵੀ ਕਿ ਇਹ ਸਾਰਾ ਕੁਝ ਗਲਤ ਸਾਬਤ ਹੋ ਜੇ, ਕਿਉਂਕਿ ਕੁਝ ਕੁ ਹਜ਼ਾਰ ਜਾਂ ਕੁਝ ਕੁ ਸੈਂਕੜੇ ਲੋਕਾਂ ਨੇ ਉੱਤੇ ਸਰਵੇਖਣ ਕੀਤਾ ਹੁੰਦਾ, ਜਦ ਕਿ ਇੱਕ ਹਲਕੇ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਵੋਟਰ ਹੁੰਦੇ ਆ, ਹਰ ਸੂਬੇ ਦੇ ਵਿੱਚ, ਹਰ ਹਲਕੇ ਦੇ ਵਿੱਚ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ ਕਿ ਕੀ ਰਿਕਾਰਡ ਸਾਹਮਣੇ ਆਇਆ, ਕੀ ਸਰਵੇਖਣ ਦੇ ਵਿੱਚ ਸਾਹਮਣੇ ਸਭ ਦੇ ਆਇਆ, ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੱਛਮੀ ਬੰਗਾਲ ਦੇ ਵਿੱਚ ਇਸ ਮਹੀਨੇ ਦੇ ਅਖੀਰ ਦੇ ਵਿੱਚ VOTING ਦੀ ਸ਼ੁਰੂਆਤ ਹੋਣ ਜਾ ਰਹੀ ਹੈ। 27 ਮਾਰਚ ਤੋਂ ਸੂਬੇ ਦੇ ਵਿੱਚ 8 ਗੇੜਾਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ। ਭਾਜਪਾ ਨੇ ਬੰਗਾਲ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਿਲੇ ਨੂੰ ਫਤਿਹ ਕਰਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ। ਭਾਜਪਾ ਨੇ ਪੱਛਮੀ ਬੰਗਾਲ ਦੀ ਸੱਤਾਧਾਰੀ ਧਿਰ ਤ੍ਰਿਣਮੂਲ ਕਾਂਗਰਸ ਦੇ ਸ਼ੁਭੇਂਦਰੂ ਅਧਿਕਾਰੀ ਸਮੇਤ ਕਈ ਵੱਡੇ ਆਗੂਆਂ ਨੂੰ ਤੋੜ ਕੇ ਆਪਣੇ ਨਾਲ ਜੋੜਿਆ। ਭਾਜਪਾ ਦੇ ਕੇਂਦਰੀ ਮੰਤਰੀ ਵੀ ਚੋਣ ਮੁਹਿੰਮ ਦੇ ਵਿੱਚ ਦਿਨ ਰਾਤ ਲੱਗੇ ਹੋਏ ਨੇ। ਪਰ ਦੂਜੇ ਪਾਸੇ ABP ਨਿਊਜ਼ ਤੇ ਸੀ ਵੋਟਰ ਦੇ ਵੱਲੋਂ ਕਰਵਾਏ ਗਏ ਓਪੀਨੀਅਨ ਪੋਲ ਦੇ ਅੰਕੜਿਆਂ ਮੁਤਾਬਕ ਤ੍ਰਿਣਮੂਲ ਕਾਂਗਰਸ ਹੀ ਨੰਬਰ 1 ਦੇ ਉੱਤੇ ਕਾਇਮ ਹੈ, ਜਦਕਿ ਭਾਜਪਾ 2 ਨੰਬਰ ਦੀ ਪਾਰਟੀ ਵਜੋਂ ਉੱਭਰੀ ਹੈ। ਇਸ ਬਾਰੇ ਸਿਆਸੀ ਵਿਸ਼ਲੇਸ਼ਕ ਪ੍ਰਦੀਪ ਸਿੰਘ ਤੇ ਅਬੇ ਦੂਬੇ ਦੀ ਰਿਪੋਰਟ ਮੁਤਾਬਕ ਜਨਵਰੀ ਦੇ ਓਪੀਨੀਅਨ ਪੋਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ 154 ਤੋਂ 162 ਸੀਟਾਂ ਜਿੱਤਣ ਦਾ ਅੰਦਾਜ਼ਾ ਲਾਇਆ ਗਿਆ ਸੀ। ਭਾਜਪਾ ਉਦੋਂ 98 ਤੋਂ ਲੈ ਕੇ 106 ਸੀਟਾਂ ਜਿੱਤਦੀ ਵਿਖਾਈ ਦੇ ਰਹੀ ਸੀ। ਕਾਂਗਰਸ ਤੇ ਬਾਕੀ ਪਾਰਟੀਆਂ ਦੇ ਗੱਠਜੋੜ ਨੂੰ 26 ਤੋਂ ਲੈ ਕੇ 34 ਸੀਟਾਂ ਮਿਲਦੀਆਂ ਦਿਸ ਰਹੀਆਂ ਸਨ। ਮਾਰਚ ਮਹੀਨੇ ਦੇ ਸਰਵੇਖਣ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਖਾਤੇ ਦੇ ਵਿੱਚ 150 ਤੋਂ ਲੈ ਕੇ 166 ਸੀਟਾਂ ਜਾਂਦੀਆਂ ਦਿਸ ਰਹੀਆਂ ਨੇ। ਭਾਜਪਾ ਦੇ ਖਾਤੇ ਦੇ ਵਿੱਚ 98 ਤੋਂ ਲੈ ਕੇ 114 ਸੀਟਾਂ ਪੈਣ ਦਾ ਅੰਦਾਜ਼ਾ, ਜਦ ਕਿ ਕਾਂਗਰਸ ਤੇ ਖੱਬੀਆਂ ਪਾਰਟੀਆਂ ਦੇ ਗੱਠਜੋੜ ਨੂੰ 23 ਤੋਂ ਲੈ ਕੇ 31 ਸੀਟਾਂ ਮਿਲ ਸਕਦੀਆਂ ਨੇ। ਪੱਛਮੀ ਬੰਗਾਲ ਦੀ 294 ਮੈਂਬਰੀ ਵਿਧਾਨ ਸਭਾ ਵਿੱਚ ਸਰਕਾਰ ਬਣਾਉਣ ਦੇ ਲਈ ਘੱਟੋ ਘੱਟ 147 ਸੀਟਾਂ ਦੀ ਲੋੜ ਹੈ। ਇੰਜ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹਾਲ ਦੀ ਘੜੀ ਬਣਦੀ ਦਿਸ ਰਹੀ ਹੈ। ਪਰ ਸਿਆਸੀ ਵਿਸ਼ਲੇਸ਼ਕ ਅਜੇ ਕੁਮਾਰ ਦੂਬੇ ਮੁਤਾਬਕ ਸੂਬੇ ਦੇ ਵਿੱਚ ਹਵਾ ਹਾਲ ਦੀ ਘੜੀ ਤ੍ਰਿਣਮੂਲ ਕਾਂਗਰਸ ਦੇ ਹੱਕ ਦੇ ਵਿੱਚ ਹੈ। ਉਹਨਾਂ ਨੇ ਕਿਹਾ ਕਿ ਇਸ ਵੇਲੇ ਮਮਤਾ ਬੈਨਰਜੀ ਦੀ ਸਰਕਾਰ ਦੇ ਖਿਲਾਫ ਸੱਤਾ ਵਿਰੋਧੀ ਲਹਿਰ ਵੀ ਚੱਲ ਰਹੀ ਹੈ। ਅਜਿਹੇ ਹਾਲਾਤ ਦੇ ਵਿੱਚ ਭਾਜਪਾ ਨੂੰ ਕੁਝ ਫਾਇਦਾ ਹੋਵੇਗਾ। ਸਿਆਸੀ ਮਾਹਿਰਾਂ ਦਾ ਇਹ ਕਹਿਣਾ ਕਿ ਬੰਗਾਲ ਦੇ ਵਿੱਚ ਭਾਜਪਾ ਕੇਵਲ ਉਦੋਂ ਹੀ ਮਜ਼ਬੂਤ ਹੋਵੇਗੀ ਜਦੋਂ ਕਾਂਗਰਸ ਤੇ ਖੱਬਾ ਮੁਹਾਜ਼ ਹੋਰ ਜ਼ਿਆਦਾ ਕਮਜ਼ੋਰ ਹੋਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ ਕਿ ਜਿਸ ਤਰੀਕੇ ਦੇ ਸਰਵੇਖਣ ਸਾਹਮਣੇ ਆ ਰਹੇ ਆ, ਉਹ ਸਰਵੇਖਣ ਮਮਤਾ ਬੈਨਰਜੀ ਦੀ ਪਾਰਟੀ ਦੇ ਹੱਕ ਦੇ ਵਿੱਚ ਜਾਂਦੇ ਆ। ਪਰ ਇਹ ਜ਼ਰੂਰੀ ਨਹੀਂ ਕਿ ਜੋ ਸਰਵੇਖਣ ਸਾਹਮਣੇ ਆ ਰਹੇ ਆ ਉਹ ਉਵੇਂ ਹੀ ਹੋਵੇ। ਜਦੋਂ ਵੋਟਾਂ ਪੈ ਜਾਂਦੀਆਂ ਆਮ ਤੌਰ ਦੇ ਉੱਤੇ ਉਸ ਤੋਂ ਬਾਅਦ ਓਪੀਨੀਅਨ ਪੋਲ ਸਾਹਮਣੇ ਆਉਂਦੇ ਹੁੰਦੇ ਆ।
ਉਦੋਂ ਬਹੁਤ ਸਾਰੇ ਰਾਜਨੀਤਿਕ ਮਾਹਰ ਆ ਜਿਹੜੇ ਉਹ ਆਪੋ ਆਪਣੇ ਵਿਚਾਰ ਵੱਖ-ਵੱਖ ਟੀਵੀ ਚੈਨਲਾਂ ਤੇ ਬੈਠ ਕੇ ਪੇਸ਼ ਕਰਦੇ ਹੁੰਦੇ ਆ। ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਕਿ ਕਿਹੜੀ ਸੀਟ ਤੋਂ ਕੌਣ ਜਿੱਤਣ ਦੀ ਆਸ ਆ ਤੇ ਕਿਹੜੀ ਸੀਟ ਤੋਂ ਕਿਹਦਾ ਧੋਬੀ ਪਟਕਾ ਲੱਗ ਸਕਦਾ ਹੈ। ਪਰ ਕਈ ਵਾਰ ਇਹ ਅੰਦਾਜ਼ੇ ਤੀਰ ਦੇ ਰੂਪ ਦੇ ਵਿੱਚ ਸਹੀ ਵੀ ਸਾਬਤ ਹੋ ਜਾਂਦੇ, ਕਈ ਵਾਰ ਤੁੱਕਾ ਬਣ ਕੇ ਰਹਿ ਜਾਂਦੇ ਆ। ਹੁਣ ਜਿਹੜੀ ਇਹ ਅੰਦਾਜ਼ੇ ਲੱਗ ਰਹੇ ਆ ਵੱਖ-ਵੱਖ ਟੀਵੀ ਚੈਨਲਾਂ ਦੇ ਵੱਲੋਂ, ਵੱਖ-ਵੱਖ ਮੀਡੀਆ ਦੇ ਹੋਰ ਅੰਗਾਂ ਦੇ ਵੱਲੋਂ, ਵੱਖ-ਵੱਖ ਵੈਬਸਾਈਟਾਂ ਦੇ ਵੱਲੋਂ, ਇਹ ਕਿੰਨੇ ਕੁ ਸਹੀ ਸਾਬਤ ਹੁੰਦੇ ਇਹ ਵਕਤ ਨੇ ਬਿਆਨ ਕਰਨਾ। ਪਰ ਇਹ ਗੱਲ ਸੱਚੀ ਹੈ ਵੀ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਜਾ ਕੇ ਪ੍ਰਚਾਰ ਕੀਤਾ ਗਿਆ, ਜਿਸ ਤਰੀਕੇ ਦੇ ਨਾਲ ਲੋਕ ਮਹਿੰਗਾਈ ਦੀ ਮਾਰ ਚੱਲ ਰਹੇ ਆ, ਉਸ ਤੋਂ ਬਾਅਦ ਲੋਕਾਂ ਦੇ ਮਨ ਅੰਦਰ ਕੇਂਦਰ ਦੀ ਸਰਕਾਰ ਦੇ ਪ੍ਰਤੀ ਗੁੱਸੇ ਦੀ ਲਹਿਰ ਪ੍ਰਚੰਡ ਹੋਈ ਹੈ। ਇੱਕ ਤੁਹਾਨੂੰ ਨਿੱਕੀ ਜਿਹੀ ਉਦਾਹਰਨ ਦਿੰਦਾ, ਪਿਛਲੇ 20 ਦਿਨ ਤੋਂ ਭਾਰਤ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਨਹੀਂ ਹੋਇਆ 1 ਪੈਸੇ ਦਾ ਵੀ। ਉੱਦਾਂ ਕੇਂਦਰ ਦੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਤੇਲ ਦੀਆਂ ਕੀਮਤਾਂ ਸਾਡੇ ਕਾਬੂ ਦੇ ਵਿੱਚੋਂ ਬਾਹਰ ਹੈ। ਇਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਬਾਹਰ ਕਰਤੀਆਂ ਸੀ, ਇਹ ਸਰਕਾਰੀ ਹੱਥ ਦੇ ਵਿੱਚ ਨਹੀਂ ਹੈ, ਸਾਡਾ ਉਹਦੇ ਉੱਤੇ ਕੋਈ ਜ਼ੋਰ ਨਹੀਂ ਹੈ। ਤੇਲ ਕੰਪਨੀਆਂ ਆਪਣੀ ਮਰਜ਼ੀ ਦੇ ਮੁਤਾਬਕ ਅੰਤਰਰਾਸ਼ਟਰੀ ਬਾਜ਼ਾਰ ਦੇ ਮੁਤਾਬਕ ਵਧਾਉਂਦੀਆਂ ਵੀ ਆ ਭਾਅ ਤੇ ਘਟਾਉਂਦੀਆਂ ਵੀ ਆ। ਪਰ ਹੁਣ ਕਿਉਂਕਿ 5 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ, ਇਸ ਕਰਕੇ ਤੇਲ ਦੀਆਂ ਕੀਮਤਾਂ ਇੱਕ ਥਾਂ ਦੇ ਉੱਤੇ ਰੁਕੀਆਂ ਹੋਈਆਂ ਵੀ ਲੋਕਾਂ ਦੇ ਵਿੱਚ ਗੁੱਸਾ ਹੋਰ ਨਾ ਪੈਦਾ ਹੋਵੇ, ਕਿਤੇ ਸਾਡੀ ਪਾਰਟੀ ਦਾ ਨੁਕਸਾਨ ਨਾ ਹੋ ਜੇ। ਹੁਣ ਜੇਕਰ ਵੋਟਾਂ ਦੇ ਮੱਦੇਨਜ਼ਰ ਸਰਕਾਰ ਦੇ ਕਹਿਣ ਦੇ ਉੱਤੇ ਤੇਲ ਦੀਆਂ ਕੀਮਤਾਂ ਰੁਕੀਆਂ ਹੋਈਆਂ, ਜਿਹੜੀਆਂ ਕਿ ਪਹਿਲਾਂ ਬਿਲਕੁਲ ਨਹੀਂ ਸੀ ਰੁਕੀਆਂ, ਤੇ ਨਤੀਜੇ ਆਉਣ ਤੋਂ ਬਾਅਦ ਫੇਰ ਨਹੀਂ ਰੁਕਣੀਆਂ, ਇਹਦਾ ਮਤਲਬ ਇਹ ਆ ਵੀ ਆਪਣੀ ਸਾਂਝੀਵਾਲਤਾ, ਇਹਦਾ ਮਤਲਬ ਇਹ ਆ ਵੀ ਤੇਲ ਕੰਪਨੀਆਂ ਆਪਣੇ ਕਹਿਣੇ ਦੇ ਵਿੱਚ ਹੈ, ਇਹਦਾ ਮਤਲਬ ਇਹ ਆ ਕਿ ਉਹਨਾਂ ਦੀਆਂ ਕੀਮਤਾਂ ਜਿਹੜੀਆਂ ਉਹ ਆਪਾਂ ਘਟਾਉਣ ਵਧਾਉਣ ਦੀ ਸਮਰੱਥਾ ਰੱਖਦੇ ਆ। ਇਹਦਾ ਮਤਲਬ ਇਹ ਆ ਕਿ ਜੇਕਰ ਅਸੀਂ ਘੁਰਕੀ ਮਾਰ ਗਏ ਤਾਂ ਉਹ ਤੇਲ ਦੀਆਂ ਕੀਮਤਾਂ ਘਟਾ ਵੀ ਸਕਦੇ ਆ। ਜਦੋਂ ਤੱਕ ਚੋਣਾਂ ਨਹੀਂ ਹੁੰਦੀਆਂ ਉਦੋਂ ਇਹ ਗੱਲ ਕਹੀ ਜਾਂਦੀ ਹੈ ਦਾਅਵੇ ਦੇ ਤੌਰ ਦੇ ਉੱਤੇ ਵੀ ਸਾਡੇ ਹੱਥ ਵੱਸ ਕੁਛ ਨਹੀਂ, ਤੇ ਹੁਣ ਜੇਕਰ ਹੱਥ ਵੱਸ ਹੈ 20 ਦਿਨ ਤੋਂ ਤਾਂ ਹੀ ਤੇਲ ਦੀਆਂ ਕੀਮਤਾਂ ਵਾਧੇ ਤੋਂ ਰੁਕੀਆਂ ਹੋਈਆਂ। ਸੋ ਬਹੁਤ ਕੁਝ ਇਹੋ ਜਿਹਾ ਚੱਲ ਰਿਹਾ ਜਿਹਦੇ ਬਾਬਤ ਲੋਕ ਜਾਣਦੇ ਨਹੀਂ, ਸਮਝਦੇ ਨਹੀਂ। ਲੋਕ ਆ ਜਿਹੜੇ ਨੀਵੀਂ ਪਾ ਕੇ ਅੱਗੇ ਤੋਂ ਅੱਗੇ ਵੱਧਦੇ ਰਹਿੰਦੇ ਆ, ਪਰ ਉਹ ਬਰੀਕੀ ਦੇ ਨਾਲ ਸੋਚਦੇ ਨਹੀਂ। ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿੰਨੇ ਕੁ ਲੋਕ ਆ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਕਿ ਤੇਲ ਦੀ ਕੀਮਤ ਪੈਟਰੋਲ ਦੀ 100 ਰੁਪਈਆ ਲੀਟਰ ਹੋਣ ਕਰਕੇ ਗੁੱਸੇ ਦੇ ਵਿੱਚ ਹੈ। ਕਿੰਨੇ ਕੁ ਲੋਕ ਆ ਜਿਨ੍ਹਾਂ ਨੇ ਸਿਲੰਡਰ ਦੀ ਕੀਮਤ 850 ਰੁਪਈਆ ਹੋਣ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ, ਵੱਖ-ਵੱਖ ਸੂਬਿਆਂ ਦੇ ਵਿੱਚ ਸੜਕਾਂ ਦੇ ਉੱਤੇ ਆ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਅਸੀਂ ਇਹ ਨਹੀਂ ਕਹਿੰਦੇ ਵੀ ਇਕੱਲੀ ਬੀਜੇਪੀ ਨੇ, ਕੇਂਦਰ ਦੀ ਸਰਕਾਰ ਨੇ ਕੀਤਾ, ਸੂਬਾਈ ਸਰਕਾਰਾਂ ਨੇ ਵੀ ਕਿੰਨਾ ਕੁ ਲੋਕ ਪੱਖੀ ਕੰਮ ਕੀਤਾ ਆਪਾਂ ਜਾਣਦੇ ਹਾਂ। ਲੋਕ ਜਾਗਦੇ ਨਹੀਂ, ਇਹਦੇ ਕਰਕੇ ਸਾਰਾ ਮਸਲਾ ਵਿਗੜਦਾ। ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਲਗਾਤਾਰ ਅੱਗੇ ਤੋਂ ਅੱਗੇ ਵੱਧ ਰਹੀ ਹੈ, ਮੁਸ਼ਕਲ ਦੇ ਵਿੱਚ ਵਾਧਾ ਹੋ ਰਿਹਾ। ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ। ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਕਰਫਿਊ ਰਹੂਗਾ ਹਰ ਥਾਂ ਦੇ ਉੱਤੇ। ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਹੈ ਕਿ ਸਿਨੇਮਾ ਹਾਲ ਹੈ ਜਿਹੜੇ ਉਹਦੇ ਵਿੱਚ 50% ਯਾਨੀ ਕਿ 50% ਦੀ ਲੋਕ ਬੈਠ ਸਕਣਗੇ। ਜੇ ਮੰਨ ਲਓ ਸਿਨੇਮਾ ਹਾਲ ਦੇ ਵਿੱਚ 300 ਸੀਟ ਹੈ, ਉਹਦੇ ਵਿੱਚ 150 ਬੰਦਾ ਹੀ ਬੈਠ ਸਕੂਗਾ। ਇਹ ਇੱਕ ਵੱਖਰੀ ਗੱਲ ਹੈ ਵੀ ਫਿਲਮ ਕੋਈ ਨਵੀਂ ਲੱਗਦੀ ਨਹੀਂ ਤੇ ਉੱਥੇ 50 ਬੰਦੇ ਵੈਸੇ ਹੀ ਨਹੀਂ ਜਾਂਦੇਗੇ। ਉਸ ਤੋਂ ਅਗਲੀ ਗੱਲ ਇਹ ਹੈ ਵੀ 9 ਵਜੇ ਤੋਂ ਬਾਅਦ ਹਰ ਦੁਕਾਨ ਬੰਦ ਰਹੂਗੀ। ਇਹ ਵੀ ਗੱਲ ਕਹੀ ਗਈ ਹੈ ਵੀ ਸਾਰੇ ਜਿਹੜੇ ਸਕੂਲ ਤੇ ਕਾਲਜ ਪੰਜਾਬ ਦੇ ਬੰਦ ਰਹਿਣਗੇ 31 ਮਾਰਚ ਤੱਕ। ਅਧਿਆਪਕ ਵੀ ਘਰਾਂ ਦੇ ਵਿੱਚ ਹੀ ਬਹਿਣਗੇ, ਘਰ ਦੇ ਵਿੱਚੋਂ ਹੀ ਕੰਮ ਕਰਨਗੇ। ਵਿਦਿਆਰਥੀਆਂ ਦੇ ਸਕੂਲਾਂ ਦੇ ਵਿੱਚ ਆਉਣ ਦੇ ਉੱਤੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਗਈ ਸੀ। ਸੋ ਨਵੀਆਂ ਸਖਤ ਹਦਾਇਤਾਂ ਦੀ ਪਾਲਣਾ ਜਿਹੜਾ ਨਹੀਂ ਕਰੂਗਾ ਉਹਦੇ ਖਿਲਾਫ ਬਣਦੀ ਕਾਰਵਾਈ ਹੋਊਗੀ ਤੇ 1000 ਰੁਪਏ ਦਾ ਜੁਰਮਾਨਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਲੱਗਾ ਹੀ ਹੋਇਆ। ਜਿਹੜਾ ਵੀ ਵਹੀਕਲ ਚਲਾਉਂਦਾ, ਜਿਹੜਾ ਵੀ ਮਾਸਕ ਤੋਂ ਬਿਨਾਂ ਬਾਹਰ ਨਿਕਲਦਾ, ਉਹਨੂੰ 1000 ਰੁਪਏ ਦਾ ਜੁਰਮਾਨਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਸਰਕਾਰ ਦੀ ਗਾਈਡਲਾਈਨ ਦੇ ਮੁਤਾਬਕ ਸੂਬੇ ਦੇ ਵਿੱਚ ਮੈਡੀਕਲ ਤੇ ਨਰਸਿੰਗ ਕਾਲਜਾਂ ਨੂੰ ਛੱਡ ਕੇ ਸਾਰੀਆਂ ਹੀ ਸਿੱਖਿਆ ਸੰਸਥਾਵਾਂ 31 ਮਾਰਚ ਤੱਕ ਬੰਦ ਰਹਿਣਗੀਆਂ। ਸਿਨੇਮਾ ਹਾਲ ਦੇ ਵਿੱਚ 50% ਦੀ ਲੋਕ ਹੀ ਬੈਠ ਸਕਣਗੇ। ਗਾਈਡਲਾਈਨ ਦੇ ਮੁਤਾਬਕ ਇੱਕ ਸ਼ਾਪਿੰਗ ਮਾਲ ਦੇ ਵਿੱਚ 100 ਤੋਂ ਵੱਧ ਲੋਕ ਇੱਕੋ ਸਮੇਂ ਤੇ ਮੌਜੂਦ ਨਹੀਂ ਰਹਿਣਗੇ। ਕਰੋਨਾ ਦੀ ਵਜ੍ਹਾ ਕਰਕੇ ਜਾਨ ਗਵਾਉਣ ਵਾਲਿਆਂ ਦੇ ਲਈ ਅਗਲੇ ਹਫ਼ਤੇ ਤੋਂ ਹਰ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ 1 ਘੰਟੇ ਦਾ ਮੌਨ ਰੱਖਿਆ ਜਾਵੇਗਾ। ਇਸ ਦੌਰਾਨ ਕਿਸੇ ਵੀ ਵਾਹਨ ਦੀ ਆਵਾਜਾਈ ਦੀ ਇਜਾਜ਼ਤ ਨਹੀਂ ਹੋਵੇਗੀ। ਬੀਤੇ ਦਿਨੀਂ ਕਰੋਨਾ ਦੇ 2300 ਤੋਂ ਵੱਧ ਕੇਸ ਰਿਕਾਰਡ ਕੀਤੇ ਗਏ ਸਨ। ਦੇਸ਼ ਭਰ ਦੇ ਵਿੱਚ ਬੀਤੇ 24 ਘੰਟਿਆਂ ਦੇ ਵਿੱਚ 39,643 ਕੇਸ ਆਏ ਨੇ। 20,338 ਮਰੀਜ਼ ਠੀਕ ਹੋਏ ਨੇ। 155 ਦੀ ਜਾਨ ਗਵਾਈ ਹੈ ਤੇ 20,338 ਮਰੀਜ਼ ਠੀਕ ਹੋਏ ਨੇ। ਇਸ ਤਰ੍ਹਾਂ ਐਕਟਿਵ ਕੇਸ ਯਾਨੀ ਕਿ ਇਲਾਜ ਕਰਾ ਰਹੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ 19,141 ਦਾ ਵਾਧਾ ਹੋਇਆ। ਦੇਸ਼ ਦੇ ਵਿੱਚ ਹੁਣ ਤੱਕ ਕੁੱਲ 1,15,17,945 ਲੋਕ ਇਸ ਮਹਾਮਾਰੀ ਦੀ ਲਪੇਟ ਦੇ ਵਿੱਚ ਆਏ ਨੇ। 1,10,81,508 ਲੋਕ ਠੀਕ ਹੋਏ ਨੇ, ਜਦਕਿ 1,59,000 ਤੇ 405 ਲੋਕਾਂ ਦੀ ਮੌਤ ਦੀ ਵੀ ਖਬਰ ਪ੍ਰਾਪਤ ਹੋਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸਾਰੇ ਲੋਕਾਂ ਨੂੰ ਬੇਨਤੀ ਹੈ ਪੰਜਾਬ ਦੇ ਤੇ ਪੰਜਾਬੋਂ ਬਾਹਰਲਿਆਂ ਨੂੰ ਕਿ ਹਦਾਇਤਾਂ ਦਾ ਪਾਲਣ ਕੀਤਾ ਜਾਵੇ। ਮਾਸਕ ਦੀ ਵੀ ਵਰਤੋਂ ਕਰੋ ਤੇ ਸਰੀਰਕ ਦੂਰੀ ਦੇ ਨਿਯਮਾਂ ਦਾ ਵੀ ਪਾਲਣ ਕਰੋ। ਪਰ ਨਾਲ ਦੀ ਨਾਲ ਇਹ ਵੀ ਬੇਨਤੀ ਹੈ ਕਿ ਸਰਕਾਰਾਂ ਬੇਸ਼ੱਕ ਕੇਂਦਰ ਦੀ ਹੈ ਤੇ ਭਾਵੇਂ ਕਿਸੇ ਸੂਬੇ ਦੀ ਹੈ, ਉਹ ਸਭ ਤੋਂ ਪਹਿਲਾਂ ਸ਼ੁਰੂਆਤ ਆਪਦੇ ਤੋਂ ਕਰਿਆ ਕਰਨ।
ਕਿਉਂਕਿ ਉਹਨਾਂ ਦੇ ਵੱਲੋਂ ਵੀ ਜੇਕਰ ਪਾਲਣ ਕੀਤਾ ਜਾਊਗਾ ਲੋਕ ਫੇਰ ਪਾਲਣ ਕਰਨਗੇ। ਲੋਕ ਹੁਣ ਇਹ ਵੀ ਗੱਲ ਕਹਿੰਦੇ ਵੀ ਸਾਨੂੰ ਤਾਂ ਤੁਸੀਂ ਕਹਿ ਦਿੰਦੇ ਹੋ ਵੀ ਪਾਲਣ ਕਰੋ ਤੇ ਆਪ ਕੀ ਕਰਦੇ ਹੋ। ਜਿਹੜੇ 5 ਸੂਬਿਆਂ ਦੇ ਵਿੱਚ ਇਸ ਵਕਤ ਚੋਣਾਂ ਹੋਣ ਜਾ ਰਹੀਆਂ, ਇਹਨਾਂ 5 ਸੂਬਿਆਂ ਦੇ ਵਿੱਚ ਸਭ ਤੋਂ ਪਹਿਲਾਂ ਰੈਲੀਆਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ। ਨਾ ਬੀਜੇਪੀ ਕਰੇ, ਨਾ ਤ੍ਰਿਣਮੂਲ ਕਾਂਗਰਸ ਕਰੇ, ਨਾ ਕਾਂਗਰਸ ਕਰੇ, ਨਾ ਖੱਬੇ ਪੱਖੀ ਪਾਰਟੀਆਂ ਕਰਨ, ਨਾ ਕੋਈ ਹੋਰ ਸਿਆਸੀ ਧਿਰ ਕਰੇ। ਕਿਉਂਕਿ ਜੇਕਰ ਇਕੱਠ ਦੇ ਉੱਤੇ ਸਮੱਸਿਆ ਤਾਂ ਫਿਰ ਤਾਂ ਭਾਵੇਂ ਕੋਈ ਚੋਣ ਹੋਵੇ ਤੇ ਭਾਵੇਂ ਨਾ ਹੋਵੇ, ਫਿਰ ਤਾਂ ਸਭ ਥਾਵਾਂ ਤੇ ਸਮੱਸਿਆ। ਪਰ ਇਹਦਾ ਮਤਲਬ ਇਹ ਬਿਲਕੁਲ ਨਹੀਂ ਵੀ ਉਹਨਾਂ 5 ਸੂਬਿਆਂ ਦੇ ਵਿੱਚ ਜੋ ਮਰਜ਼ੀ ਤੁਸੀਂ ਹੁੜਦੰਗ ਮਚਾਓ, ਉੱਥੇ ਰੈਲੀਆਂ ਦਰ ਰੈਲੀਆਂ ਕਰੋ ਤੇ ਬਾਕੀ ਥਾਵਾਂ ਤੇ ਕਹੋ ਜੀ ਕਿ ਸਮੱਸਿਆ ਬਹੁਤ ਵਧੀ ਹੋਈ ਹੈ। ਕਿ ਇਹਨਾਂ 5 ਸੂਬਿਆਂ ਦੇ ਵਿੱਚ 2 ਮਈ ਤੋਂ ਬਾਅਦ ਸਮੱਸਿਆ ਵਧਣੀ ਹੈ ਜਦੋਂ ਵੋਟਾਂ ਪੈ ਗਈਆਂ ਤੇ ਨਤੀਜੇ ਆ ਗਏ, ਜਾਂ ਹੁਣੇ ਸਮੱਸਿਆ ਵਧਣੀ ਹੈ? ਉਸ ਤੋਂ ਅਗਲੀ ਗੱਲ ਇਹ ਹੈਗੀ ਹੈ ਵੀ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਕਈ ਸਿਆਸੀ ਪਾਰਟੀਆਂ ਨੇ ਰੈਲੀਆਂ ਕੀਤੀਆਂ। ਸੋ ਇਹ ਰੈਲੀਆਂ ਕਿਉਂ ਕੀਤੀਆਂ ਗਈਆਂ? ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੇਕਰ ਪਿਛਲੇ ਕੁਝ ਦਿਨਾਂ ਤੋਂ ਇਹ ਗੱਲ ਕਹਿ ਰਹੇ ਆ ਵੀ ਭਾਈ ਕਰੋਨਾ ਵੱਧ ਰਿਹਾ, ਕਰੋਨਾ ਵੱਧ ਰਿਹਾ, ਤੇ ਹੁਣ ਵੀ ਜਦੋਂ ਉਹਨਾਂ ਨੇ ਰੋਕ ਲਾਈ ਹੈ ਵੀ ਕੋਈ ਵੀ ਸਿਆਸੀ ਪਾਰਟੀ 31 ਮਾਰਚ ਤੱਕ ਰੈਲੀ ਨਹੀਂ ਕਰ ਸਕੂਗੀ ਪੰਜਾਬ ਦੇ ਵਿੱਚ, ਤਾਂ ਪਹਿਲਾਂ ਕਿਉਂ ਨਾ ਰੋਕ ਲਾਈ ਗਈ? ਜਿਹੜੇ ਲੋਕ ਰੈਲੀਆਂ ਦੇ ਵਿੱਚ ਗਏ ਆ ਉਹ ਤਾਂ ਚਲੋ ਹੈਗੇ ਹੀ ਇੰਨੇ ਸਿਆਣੇ ਜ਼ਿਆਦਾ ਵੀ ਉਹ ਜਾਂਦੇ ਹੀ ਹੁੰਦੇ ਆ, ਉਹਨਾਂ ਨੂੰ ਤੁਸੀਂ ਲੈ ਜਾਓ ਘਰੋਂ ਤੇ ਘਰੇ ਛੱਡ ਦਿਓ, ਉਹਨਾਂ ਨੂੰ ਜਿੱਥੇ ਮਰਜ਼ੀ ਲੈ ਜਾਓ, ਉਹਨਾਂ ਨੂੰ ਬਸ ਦਿੱਲੀ ਦੇ ਬਾਰਡਰ ਤੇ ਨਾ ਲਿਜਾਓ, ਬਾਕੀ ਕਿਸੇ ਵੀ ਥਾਂ ਤੇ ਲੈ ਜਾਓ, ਉਹਨਾਂ ਨੇ ਤਾਂ ਸੋਚਣਾ ਨਹੀਂ। ਪਰ ਸਰਕਾਰਾਂ ਦਾ ਤੇ ਰਾਜਨੀਤਿਕ ਲੋਕਾਂ ਦਾ ਤਾਂ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੀ, ਆਮ ਲੋਕਾਂ ਦੀ ਜ਼ਿੰਦਗੀ ਦੇ ਬਾਰੇ ਸੋਚਣ। ਸੋ ਉਸ ਤੋਂ ਅਗਲੀ ਗੱਲ ਇਹ ਹੈ ਵੀ ਪੰਜਾਬ ਦੇ ਵਿੱਚ ਲੋਕ ਆ ਜਿਹੜੇ ਇਸ ਵਕਤ ਫੇਰ ਇੱਕ ਵਾਰ ਸਹਿਮ ਦੇ ਪਰਛਾਵੇਂ ਦੇ ਵਿੱਚ ਨਾ ਆਉਣ, ਇਹਦੇ ਲਈ ਲੋਕਾਂ ਨੂੰ ਪਹਿਲਾਂ ਹੀ ਹਦਾਇਤ ਦਾ ਪਾਲਣ ਕਰਨਾ ਚਾਹੀਦਾ ਹੈ। ਕਿਉਂਕਿ ਜੇਕਰ ਸਮੱਸਿਆ ਸੱਚੀ ਮੁੱਚੀ ਵੱਧ ਜਾਂਦੀ ਹੈ ਤਾਂ ਫਿਰ ਆਪਾਂ ਨੂੰ ਹੀ ਭੁਗਤਣੀ ਪੈਣੀ ਆ। ਆਪਾਂ ਕੋਈ ਮੰਤਰੀ ਤਾਂ ਹੈ ਨਹੀਂ ਜਿਨ੍ਹਾਂ ਦਾ ਇਲਾਜ ਅਮਰੀਕਾ 'ਚ ਹੋ ਜਾਣਾ, ਜਿਨ੍ਹਾਂ ਦਾ ਇਲਾਜ ਇੰਗਲੈਂਡ ਦੇ ਵਿੱਚ ਹੋ ਜਾਣਾ। ਅਸੀਂ ਸਧਾਰਨ ਲੋਕ ਹਾਂ, ਸਧਾਰਨ ਲੋਕਾਂ ਨੂੰ ਵੱਧ ਹਦਾਇਤਾਂ ਤੇ ਵੱਧ ਇਹਤਿਆਤ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਸਾਡੇ ਕੋਲੇ ਵਸੀਲੇ ਉਨੇ ਕੀ ਹੁੰਦੇ ਆ, ਜੋ ਕਮਾਉਂਦੇ ਆ ਸੋ ਖਾਂਦੇ ਆ। ਸੋ ਜੇਕਰ ਇੱਕ ਮੈਂਬਰ ਘਰ ਦਾ ਬਿਮਾਰ ਹੋ ਜਾਏ ਤਾਂ ਉਸ ਤੋਂ ਬਾਅਦ ਕੀ ਬਣਦਾ ਆਪਾਂ ਸਾਰੇ ਜਾਣਦੇ ਹਾਂ। ਉਸ ਤੋਂ ਅਗਲੀ ਗੱਲ ਇਹ ਹੈ ਵੀ ਪਿਛਲੇ ਕੁਝ ਘੰਟਿਆਂ ਤੋਂ ਅਫਵਾਹ ਫੈਲਾਈ ਜਾ ਰਹੀ ਸੀ ਕਿ ਵੱਡੇ ਬਾਦਲ ਸਾਹਿਬ ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਵੀ ਕਰੋਨਾ ਪੋਜ਼ਿਟਿਵ ਹੋ ਗਏ ਆ। ਪਰ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੇ ਵੱਲੋਂ ਇਹਨਾਂ ਅਫਵਾਹਾਂ ਦਾ ਖੰਡਨ ਕੀਤਾ ਗਿਆ। ਇਹ ਗੱਲ ਕਹੀ ਗਈ ਹੈ ਕਿ ਉਹ ਬਿਮਾਰ ਨਹੀਂ ਹੋਏ, ਕਰੋਨਾ ਪੋਜ਼ਿਟਿਵ ਨਹੀਂ, ਉਹਨਾਂ ਦੀ ਰਿਪੋਰਟ ਨੈਗੇਟਿਵ ਹੀ ਹੈ। ਸੁਖਬੀਰ ਸਿੰਘ ਬਾਦਲ ਕਰੋਨਾ ਪੋਜ਼ਿਟਿਵ ਆ। ਬਾਦਲ ਪਿੰਡ ਦੇ ਵਿੱਚ ਜਿਹੜਾ ਜੱਦੀ ਘਰ ਹੈਗਾ ਉਹਦੇ ਵਿੱਚ ਇੱਕ ਰਸੋਈਆ, ਉਹਦੀ ਮਾਂ ਤੇ ਇੱਕ ਹੋਰ ਮੁਲਾਜ਼ਮ ਕਰੋਨਾ ਪੋਜ਼ਿਟਿਵ ਨਿਕਲੇ ਆ, ਜਿਹਦੇ ਕਰਕੇ ਵੱਡੇ ਬਾਦਲ ਸਾਹਿਬ ਜਹਾਜ਼ ਲੈ ਕੇ ਹੈਲੀਕਾਪਟਰ ਦੇ ਰਾਹੀਂ ਦਿੱਲੀ ਪਹੁੰਚ ਗਏ ਆ। ਉਹਨਾਂ ਨੂੰ ਇੱਕ ਹੋਟਲ ਦੇ ਵਿੱਚ ਇਕਾਂਤਵਾਸ ਕੀਤਾ ਗਿਆ ਇਹਤਿਆਤ ਦੇ ਤੌਰ ਦੇ ਉੱਤੇ। ਉੱਦਾਂ ਉਹ 9/9 ਆ। ਸਾਰੇ ਲੋਕ ਤੰਦਰੁਸਤ ਰਹਿਣ, ਸਾਰੇ ਲੋਕ ਚੜ੍ਹਦੀ ਕਲਾ 'ਚ ਰਹਿਣ, ਕਿਸੇ ਦਾ ਵਾਲ ਵਿੰਗਾ ਨਾ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਤੇ ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।